ਸਰਬ ਸਾਂਝੀ ਵਾਲਤਾ ਦੇ ਰਹਿਬਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰਾਂ ਦੇ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਈਮਾਨ ਹੋ ਕਰਕੇ ਇਹਨਾਂ ਪਾਵਨ ਦੀਵਾਨਾਂ ਅੰਦਰ ਸਿੱਖ ਕੌਮ ਦੇ ਬਾਬੇ ਧੰਨ ਧੰਨ ਗੁਰੂ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਤਿਗੁਰਾਂ ਦੇ ਫਰਜ਼ੰਦ ਸਤਿਗੁਰਾਂ ਦੇ ਸਾਹਿਬਜ਼ਾਦੇ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਜਿਨ੍ਹਾਂ ਦਾ ਅੱਜ ਜਨਮ ਦਿਹਾੜਾ ਹੈ। ਸਤਿਗੁਰ ਕੀ ਪਾਵਨ ਗੋਦ ਵਿੱਚ ਬੈਠ ਕੇ ਬੜੇ ਪਿਆਰ ਨਾਲ ਅੰਮ੍ਰਿਤਮਈ ਬਾਣੀ ਦਾ ਆਨੰਦ ਆਪ ਜੀ ਮਾਣ ਰਹੇ ਸੋ ਗੁਰਬਾਣੀ ਅੰਦਰ ਜੋ ਸਤਿਗੁਰਾਂ ਨੇ ਉਪਦੇਸ਼ ਉਹਨਾਂ ਗੁਰਸਿੱਖਾਂ ਦੇ ਜੀਵਨ ਦੇ ਪ੍ਰਤੀ ਕੀਤਾ ਹੈ, ਜਿਨ੍ਹਾਂ ਨੇ ਇਸ ਆਤਮ ਰਸ ਨੂੰ ਮਾਣਿਆ, ਉਹਨਾਂ ਨੂੰ ਸਭ ਨੇ ਬਾਣੀ ਵਿੱਚ ਆਖਿਆ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ। ਉਸ ਜਨ ਦਾ ਸੰਸਾਰ ਦੇ ਵਿੱਚ ਆਉਣਾ ਧਨ ਹੈ, ਜਿੰਦੀ ਕਿਰਪਾ ਦੇ ਨਾਲ ਜਗਤ ਦੇ ਲੋਕਾਂ ਨੂੰ ਜੀਵਨ ਜੀਣਾ ਆ ਗਿਆ। ਵੇਖੋ ਸੰਸਾਰ ਵਿੱਚ ਸਾਧ ਸੰਗਤ ਜੀ ਰੋਜ਼ਾਨਾ ਕਿੰਨੇ ਲੋਕ ਜੰਮਦੇ ਨੇ, ਕਿੰਨੇ ਲੋਕ ਮਰਦੇ ਨੇ। ਮਨੁੱਖ ਜਦੋਂ ਸਿਰਫ ਆਪਣੇ ਆਪੇ ਤੱਕ ਸੀਮਤ ਹੁੰਦਾ ਹੈ, ਇਸ ਜਗਤ ਦੇ ਅੰਦਰ ਉਹ ਬੇਸ਼ੱਕ ਸੰਸਾਰਿਕ ਤਲ ਤੇ ਕਿੰਨਾ ਵੀ ਸਮਰੱਥ ਕਿਉਂ ਨਾ ਹੋ ਕੇ ਸੰਸਾਰ ਤੋਂ ਜਾਏ, ਉਹਦੇ ਕੋਲੋਂ ਕਿਸੇ ਸੰਸਾਰਿਕ ਮਲਕੀਅਤ ਜਿੰਨੀ ਹੈ ਉਹਦਾ ਕੋਈ ਅੰਦਾਜ਼ਾ ਵੀ ਨਾ ਹੋਵੇ, ਉਹਦੇ ਕੋਲੋਂ ਸੰਸਾਰ ਦਾ ਰੁਤਬਾ ਵੀ ਬਹੁਤ ਉੱਚਾ ਹੋਵੇ, ਪਰ ਜੇ ਆਤਮਿਕ ਤੌਰ ਤੇ ਨਾ ਉਹ ਸਮਾਜ ਲਈ ਕੁਝ ਕਰ ਸਕਿਆ, ਨਾ ਦੁਨੀਆ ਲਈ ਕੁਝ ਕਰ ਸਕਿਆ, ਤੇ ਗੁਰਬਾਣੀ ਕਹਿੰਦੀ ਉਸ ਬੰਦੇ ਦਾ ਸੰਸਾਰ ਦੇ ਅੰਦਰ ਆਉਣਾ ਨਿਫਲ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ ਹੋ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣੈ ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਪਰਮਣੈ। ਹੁਣ ਸਵਰਗ ਨੂੰ ਜਿੱਤ ਲੈਣਾ ਇਹ ਕਿਸੇ ਆਮ ਬੰਦੇ ਦੀ ਗੱਲ ਨਹੀਂ ਹੋ ਰਹੀ। ਇੱਥੇ ਸਤਿਗੁਰ ਕਹਿੰਦੇ ਨੇ ਕੋਈ ਇੰਨਾ ਵੀ ਸਮਰੱਥ ਕਿਉਂ ਨਾ ਹੋਵੇ, ਪਰ ਜੇ ਗੁਰੂ ਦੀ ਆਰਬਲਾ ਰੱਬੀ ਹੁਕਮ ਤੇ ਰੱਬੀ ਰਜ਼ਾ ਤੋਂ ਵਿਹੂਣੇ ਹੋ ਕੇ ਗੁਜ਼ਰਦੀ ਹੈ, ਬਤੀਤ ਹੁੰਦੀ ਹੈ, ਤੇ ਸਭ ਕਹਿੰਦੇ ਨੇ ਉਹਦਾ ਨਾਮ ਨਾ ਫਿਰ ਸੰਸਾਰ ਦੇ ਵਿੱਚ ਕੋਈ ਲੈਂਦਾ ਨਹੀਂ। ਸ਼ਾਇਦ ਔਰੰਗਜ਼ੇਬ ਵਰਗਿਆਂ ਨੂੰ ਇਸ ਗੱਲ ਦਾ ਆਪਣੀ ਹਯਾਤੀ ਵਿੱਚ ਤੇ ਮਾਣ ਹੋਏਗਾ ਵੀ ਮੇਰੇ ਕੋਲ ਬਾਦਸ਼ਾਹਤ ਹੈ ਇੱਕ ਮੁਲਕ ਦੀ, ਮੈਂ ਹੁਕਮ ਕਰਾਂ ਤੇ ਲੋਕ ਦਿਨ ਨੂੰ ਰਾਤ ਕਹਿੰਦੇ ਨੇ, ਮੈਂ ਹੁਕਮ ਕਰਾਂ ਤੇ ਲੋਕ ਰਾਤ ਨੂੰ ਦਿਨ ਕਹਿੰਦੇ ਨੇ। ਆਪਣੀ ਹਯਾਤੀ ਵਿੱਚ ਤੇ ਉਹਨਾਂ ਨੂੰ ਜ਼ਰੂਰ ਭਰਮ ਰਿਹਾ ਹੋਏਗਾ, ਪਰ ਸੱਚ ਇਹ ਹੈ ਕਿ ਜਦੋਂ ਉਹ ਬੰਦੇ ਸੰਸਾਰ ਤੋਂ ਚਲੇ ਜਾਂਦੇ ਨੇ, ਉਹਨਾਂ ਬੰਦਿਆਂ ਦਾ ਨਾਮ ਲੈਣ ਵਾਲਾ ਵੀ ਕੋਈ ਸੰਸਾਰ ਤੇ ਨਹੀਂ ਹੁੰਦਾ। ਪਰ ਕਈ ਵਾਰੀ ਜਿਨ੍ਹਾਂ ਬੰਦਿਆਂ ਤੇ ਉਹ ਜ਼ੁਲਮ ਕਰਦੇ ਨੇ, ਜਿਨ੍ਹਾਂ ਬੰਦਿਆਂ ਨੂੰ ਆਪਣੇ
ਤਾਕਤ ਤੇ ਬਲ ਦੇ ਅੰਦਰ ਦਬਾ ਕੇ ਇਹ ਸੋਚਦੇ ਨੇ ਵੀ ਗੱਲ ਖਤਮ ਕਰ ਦਿੱਤੀ ਅਸੀਂ ਇਹਨਾਂ ਲੋਕਾਂ ਦੀ, ਇਸ ਬੰਦੇ ਨੂੰ ਮਾਰ ਕੇ ਇਹਦੀ ਜ਼ੁਬਾਨ ਬੰਦ ਕਰ ਦਿੱਤੀ ਹੈ, ਹੁਣ ਇਹਦਾ ਨਾਮ ਲੈਣ ਵਾਲਾ ਕੋਈ ਨਹੀਂ ਹੋਏਗਾ। ਸੱਚ ਜਾਣਿਓ, ਉਹਨਾਂ ਦੇ ਨਾਮ ਸਦੀਆਂ ਤੱਕ ਦੁਨੀਆ ਤੇ ਲਏ ਜਾਂਦੇ ਨੇ, ਤੇ ਜਿਹਨੇ ਮਨ ਵਿੱਚ ਭਰਮ ਬਣਾਇਆ ਉਸ ਬੰਦੇ ਨੂੰ ਕੋਈ ਯਾਦ ਕਰਨ ਵਾਲਾ ਵੀ ਸੰਸਾਰ ਤੇ ਨਹੀਂ। ਮੈਂ ਬਚਨ ਇਸ ਕਰਕੇ ਕਹਿ ਰਿਹਾ ਵੀ ਅੱਜ ਤੁਸੀਂ ਜਿਹਨੂੰ ਯਾਦ ਕਰ ਰਹੇ ਹੋ ਨਾ, ਸੰਸਾਰਿਕ ਤਲ ਤੇ ਭਾਵੇਂ ਉਹਦੀ ਉਹਨਾਂ ਦੀ ਉਮਰ ਸਿਰਫ 9 ਸਾਲ ਦੀ ਹੈ, ਪਰ ਧਿਆਨ ਦਿਆ ਜੇ 9 ਸਾਲ ਦੀ ਉਮਰ ਸੰਸਾਰਿਕ ਤਲ ਤੇ, ਪਰ ਜਿਹੜੇ ਉਹਨਾਂ ਦੇ ਕਾਰਨਾਮੇ ਨੇ, ਜੋ ਕੁਝ ਉਹਨਾਂ ਨੇ ਇੰਨੀ ਉਮਰ ਦੇ ਵਿੱਚ ਕੀਤਾ ਹੈ, ਉਸ ਕੀਤੀ ਦਾ ਸੰਸਾਰ ਦੇ ਅੰਦਰ ਕੋਈ ਦੂਜਾ ਪ੍ਰਮਾਣ ਨਹੀਂ ਹੈ। ਕਿਸੇ ਅਦੀਬ ਦੇ ਬੜੇ ਪਿਆਰੇ ਬੋਲ ਨੇ, ਉਹ ਕਹਿੰਦਾ किसी की 100 वर्ष की जिंदगी में कोई काम नहीं होता। कोई 100 साल की जिंदगी जी जाता है, पर जिदन मर गया उदन कोई नहीं नाम लेता। उदन घर दे भी कहते ने चंगा होया, इन्ने महीनों तो मंजे ते पिया सी, चला गया तो चंगा ही हो गया। पर ध्यान दिया जे कहता किसी की 100 वर्ष की जिंदगी में कोई काम नहीं होता, पर किसी की 2 वर्ष की जिंदगी 100 काम करती है। किसी की उम्र छोटी होवे, पर इन्ना मतलब ये नहीं है भी वो बंदा संसार के अंदर कुछ वेख के नहीं गया। धन गुरु ग्रंथ साहिब पातशाह जी कहते ने उम्र भावें छोटी होवे, पर जिंदे कर्म इन्ने उच्चे हो। मेरे सतगुरु कहते ने इस धरती के उपर बंदिया सारी गल ते विचार तेरे कर्मां दी है, तू कर की रहे। असी शब्द वरतने हैं साहिबजादा, ते साहिबजादे का मतलब होता है साहिब दे जाए हुए। ध्यान देना, ये शब्द हर एक बंदे नाल नहीं जोड़ सकते तुसी। असी सत्कार नाल कहने आ बाबा धन गुरु कलगीधर पातशाह जी के 4 साहिबजादे, क्योंकि वो साहिब दे जाए हुए। कि धन गुरु गोबिंद सिंह पातशाह जी, धन गुरु कलगीधर पातशाह जी नूं अपने फरजंदा नाल ही इन्ना प्यार सी। थोड़ा ध्यान देना, संसार दे अंदर भाई साहब भाई गुरदास जी का एक बड़ा प्यारा बोल है। जो धन गुरु नानक साहिब पातशाह जी की गल चली ना, लोगों ने देखा भी धन गुरु नानक पातशाह जी उन्होंने 2 पुत्र ने, बाबा श्री चंद ते लक्ष्मी दास। भी गुरु नानक पातशाह जी ने अपनी हयाती विच अपनी थां ते भाई लहणे नूं अपने सेवक नूं बिठा दिता है, ते उन्होंने गुरु अंगद बना के थाप दिता है। जो लोगों ने देखा तो लोगों ने गल्लां करनियां शुरू कर दित्तियां भी ये किहो जी रीत नानक ने चला दी है। बाबे नानक ने किसी रीत कैसी उल्टी गंगा बहा दी है। पर सच है, भाई साहब भाई गुरदास कहते ने संसार की रीत है, दुनियावी तल ते बादशाह मरदा है ते अपने पुत्र नूं गद्दी दे के जांदा है, पर धन गुरु नानक पातशाह जी के घर दे विच वडियाई बंदिया कर्मां दी है। इत्थे गुरु नानक साहिब जी के घर विच ये वेख्या जाता है भी इहदे कर्म कैसे ने, नहीं वेख्या जाता भी इहदा संबंध गुरु नाल की है, इहदी रिश्तेदारी गुरु नाल की है। जे रिश्तेदारी वेखनी होंदी ते बाबा नानक अपने 2 पुत्रां दे विचों किसी एक नूं बिठा के जांदे। जे रिश्तेदारी वेखनी होंदी गुरु अंगद देव पातशाह जी अपने 2 पुत्रां दातू ते दासू विचों किसी एक नूं बिठा के जांदे। सच विच जे रिश्तेदारी ही वेखनी होंदी ते गुरु अमरदास पातशाह जी अपने दोवां पुत्रां दे विचों किसी एक नूं बिठा के जांदे, बाबा मोहन जां बाबा मोरी। पर इत्थे ते करनी प्रधान भान उदत प्रकाश है। भाई साहब भाई गुरदास कहते हैं इत्थे ते करनी प्रधान है। जिवें सूरज दीयां किरणां निकलदियां ने ते सारा हनेरा छुप जाता है, भाई
ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜਿੰਦੇ ਕਰਮਾਂ ਦਾ ਪ੍ਰਤਾਪ ਸੂਰਜ ਦੀਆਂ ਕਿਰਨਾਂ ਵਰਗਾ ਹੋਵੇ, ਉਹ ਬੰਦਾ ਮਾਲਕ ਦੀ ਨਿਗਾਹ ਦੇ ਵਿੱਚ ਪ੍ਰਵਾਨ ਚੜ੍ਹਦਾ ਹੈ। ਮੈਂ ਇਸ ਕਰਕੇ ਬੇਨਤੀ ਕੀਤੀ ਹੈ, ਬੇਸ਼ੱਕ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਜਦੋਂ ਪੁੱਛਿਆ ਸੀ ਨਾ ਮੇਰੇ ਸਾਹਿਬਾਂ ਨੂੰ, ਦਾਤਾਰ ਪਿਤਾ ਜੀ ਜਦੋਂ ਚਮਕੌਰ ਦੀ ਗੜੀ ਦੇ ਵਿੱਚੋਂ ਨਿਕਲੇ ਸਨ ਤੇ ਭਾਈ ਦਇਆ ਸਿੰਘ ਨੇ ਆਖਿਆ ਸੀ, ਦਾਤਾਰ ਪਿਤਾ ਜੀ ਜਿਸ ਥਾਂ ਤੋਂ ਤੁਸੀਂ ਲੰਘ ਰਹੇ ਹੋ, ਇਸ ਥਾਂ ਤੇ ਥੋੜਾ ਧਿਆਨ ਮਾਰੋ, ਮੇਰੇ ਮਾਲਕ ਇੱਥੇ ਤੁਹਾਡੇ ਪੁੱਤਰ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਦਾ ਸਰੀਰ ਵੀ ਪਿਆ ਹੈ। ਮੇਰੇ ਸਤਿਗੁਰੂ ਜੀ ਕਿੰਨਾ ਚੰਗਾ ਹੋਵੇ ਜੇ ਜਾਂਦੇ ਹੋਇਆ ਘੱਟ ਤੋਂ ਘੱਟ ਆਪਾਂ ਉਹਨਾਂ ਦੇ ਸਰੀਰ ਦਾ ਸੰਸਕਾਰ ਤੇ ਨਹੀਂ ਕਰ ਸਕਦੇ, ਪਰ ਕਿੰਨਾ ਚੰਗਾ ਹੋਵੇ ਜੇ ਕੱਪੜਾ ਹੀ ਉਹਨਾਂ ਦੇ ਤਨ ਤੇ ਪਾ ਕੇ ਉਹਨਾਂ ਦੇ ਸਰੀਰ ਨੂੰ ਢੱਕ ਜਾਈਏ। ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕਹੇ ਸਨ, ਨਹੀਂ ਦਇਆ ਸਿੰਘ, ਤੈਨੂੰ ਕੀ ਲੱਗਦਾ ਇੱਥੇ ਮੇਰਾ ਅਜੀਤ ਤੇ ਜੁਝਾਰ ਹੀ ਹੈ? ਇੱਥੇ ਮੇਰੇ ਹੋਰ ਵੀ ਬੜੇ ਪੁੱਤਰ ਨੇ। ਮੇਰੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਬਿੰਦੀ ਪੁੱਤਰਾਂ ਦੇ ਨਾਲ ਨਾਲ ਮੇਰੇ ਦਾਤਾਰ ਪਿਤਾ ਜੀ ਨੇ ਆਪਣੇ ਜਿਹੜੇ ਉਪਦੇਸ਼ ਵਿੱਚ ਚੱਲਣ ਵਾਲੇ, ਆਪਣਾ ਆਪਾ ਵਾਰਨ ਵਾਲੇ ਗੁਰਸਿੱਖ ਨੇ। ਐਵੇਂ ਨਹੀਂ ਕਵੀ ਅੱਲਾ ਯਾਰ ਖਾਂ ਜੋਗੀ ਨੇ ਬਚਨ ਕਹੇ, ਕਹਿਣ ਲੱਗੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਤੇਰੇ ਵਰਗਾ ਸੰਸਾਰ ਤੇ ਮੈਂ ਵੇਖਿਆ ਹੀ ਕੋਈ ਨਹੀਂ, ਤੇਰੇ ਵਰਗਾ ਮੁਰਸ਼ਦ ਮੈਂ ਦੁਨੀਆ ਤੇ ਨਹੀਂ ਵੇਖਿਆ। ਮੁਰਸ਼ਦ ਹੁੰਦੇ ਨੇ, ਗੁਰੂ ਹੁੰਦੇ ਨੇ, ਜਿਹੜੇ ਆਪਣੇ ਚੇਲਿਆਂ ਤੇ ਆਪਣਾ ਰੋਬ ਤੇ ਹੁਕਮ ਚਲਾਉਂਦੇ ਨੇ। ਮੇਰੇ ਮਾਲਕ ਜੀ ਮੈਂ ਤੇਰੇ ਵਰਗਾ ਕੋਈ ਮੁਰਸ਼ਦ, ਤੇਰੇ ਵਰਗਾ ਕੋਈ ਗੁਰੂ ਨਹੀਂ ਵੇਖਿਆ। ਕਹਿਣ ਲੱਗੇ ਕਿਉਂ ਐਸੀ ਗੱਲ ਕਰਦੇ ਹੋ ਕਵੀ ਅੱਲਾ ਯਾਰ ਖਾਂ ਜੀ, ਤੁਸੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਅੰਦਰੋਂ ਕੀ ਵੇਖ ਲਿਆ ਹੈ? ਤੇ ਕਵੀ ਅੱਲਾ ਯਾਰ ਖਾਂ ਲਿਖਦਾ ਹੈ, ਕਹਿਣ ਲੱਗੇ ਮੇਰੇ ਸਾਹਮਣੇ ਚਮਕੌਰ ਦੀ ਗੜੀ ਦਾ ਉਹ ਸੀਨ ਆ ਜਾਂਦਾ ਹੈ ਜਿਸ ਵੇਲੇ ਮੇਰੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਅੱਧੀ ਰਾਤ ਨੂੰ ਉੱਠਦੇ ਨੇ ਤੇ ਜਾ ਕੇ ਜਿਹੜੇ ਬਾਹਰ ਪਹਿਰੇਦਾਰ ਭਾਈ ਕਾਠਾ ਸਿੰਘ ਵਰਗੇ ਖੜੇ ਨੇ ਉਹਨਾਂ ਨੂੰ ਕਹਿੰਦੇ ਨੇ ਤੁਸੀਂ ਜਾ ਕੇ ਆਰਾਮ ਕਰੋ, ਹੁਣ ਕੁਝ ਸਮਾਂ ਆਪਣੀ ਸੇਵਾ ਵਿੱਚ ਮੈਨੂੰ ਰਹਿਣ ਦਿਓ। ਭਾਈ ਕਾਠਾ ਸਿੰਘ, ਭਾਈ ਮਦਨ ਸਿੰਘ ਜਾ ਕੇ ਸੋ ਜਾਂਦੇ ਨੇ ਤੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਉਹਨਾਂ ਸੁੱਤੇ ਹੋਏ ਸਿੱਖਾਂ ਦੇ ਸਿਰਹਾਣੇ ਆ ਕੇ ਬਹਿ ਜਾਂਦੇ ਨੇ। ਤੇ ਕਵੀ ਅੱਲਾ ਯਾਰ ਖਾਂ ਲਿਖਦਾ ਹੈ, ਕਹਿਣ ਲੱਗੇ ਬਹਿੰਦੇ ਹੀ ਨਹੀਂ, ਉਹਨਾਂ ਦੇ ਹੱਥਾਂ ਵਿੱਚ ਜਿਨ੍ਹਾਂ ਨੇ ਸ਼ਮਸ਼ੀਰਾਂ ਚਲਾਈਆਂ, ਜਿਨ੍ਹਾਂ ਹੱਥਾਂ ਦੇ ਵਿੱਚ ਛਾਲੇ ਪਏ ਹੋਏ ਸਨ, ਕਹਿਣ ਲੱਗੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਉਹਨਾਂ ਇੱਕ ਇੱਕ ਗੁਰਸਿੱਖ ਦੇ ਹੱਥਾਂ ਨੂੰ ਹੱਥ ਵਿੱਚ ਫੜਦੇ ਨੇ, ਆਪਣੇ ਮੂੰਹ ਨਾਲ ਚੁੰਮਦੇ ਨੇ ਤੇ ਨਾਲੇ ਕਹਿੰਦੇ ਨੇ ਮੈਂ ਤੁਹਾਡੇ ਤੋਂ ਕੁਰਬਾਨ ਜਾਣਾ ਮੇਰੇ ਗੁਰੂ ਕੇ ਸਿੱਖੋ, ਮੇਰੇ ਲਾਲੋ ਤੁਸੀਂ ਉਹ ਕੁਝ ਕਰ ਵਿਖਾਇਆ ਹੈ ਜਿਹੜਾ ਜਿੰਦੀ ਮਿਸਾਲ ਦੁਨੀਆ ਦੇ ਉੱਤੇ ਸਦਾ ਕਾਇਮ ਰਹੇਗੀ। चूना कभी हलकूम दहन चूमने बैठे, जब सतगुर पाएती आए तो चरण चूमने बैठे। कहने लगे मेरे मालक मैं तेरे वर्गा मुर्शद संसार ते नहीं देखिया। अपने वडियाई करन ते गल समझ आती है कि मेरी वडियाई करन वाला मेरा अपना है, ये मैनू जानदा है, ये तां मेरी वडियाई कर रहा है क्योंकि मैं भी सिख हाँ ते भी सिख है। पर ध्यान देना स्वाद उदों आता है जो कोई दूजा वडियाई करके जाए। कवि अल्लाह यार खां मुसलमान ने, पर जो धन गुरु कलगीधर पातशाह जी का जीवन पढ़ते हैं, सतगुर का जीवन बयान करते हैं, उदों वार वार धन गुरु कलगीधर पातशाह जी तो सदके ते कुर्बान जाते हैं। इस करके बेनती कर रहा क्योंकि जिन्होंने तुसीं अज याद कर रहे हो ना, बेशक उन्होंने उम्र छोटी है। 1696 धन धन बाबा जोरावर सिंह जी तिन्हां दा जन्म हुंदा है आनंदपुर साहिब जी की धरती ते। हालांकि इतिहासिक पक्ष के उपर यह बयान किया गया भी धन गुरु कलगीधर पातशाह जी के महल जिहड़े सन वो 2 सन, माता सुंदरी ते माता जीतो नूं वखरा वखरा बयान किया गया। पर सच यह है जिहड़े सी इतिहासिक दस्तावेज पढ़ने आ उन्होंने जो पढ़ीए तो गल समझ में आती भी जिहड़ा गुरु ये कहने वाला है भी एका नारी जती होए पर नारी ती भैन बखाना है। मेरा सतगुरु पातशाह जी उन्होंने जिस दिन माता जीतो जी ब्याह के आए सन, मैं जिक्र उस दिन भी किया सी जिदन आप माता साहिब कौर जी का जन्म दिहाड़ा मनाया सी, उस दिन भी आप इस गल का जिक्र किया सी, मैनूं याद है। पर सच यह है कि जिस दिन माता जीतो जी ब्याह के आए सन ते उन्हों का नाम पेके घर का जीतो सी, पर वो देखण विच बड़े सुंदर सन
ਤੇ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਸੁੰਦਰੀ ਕਹਿਣਾ ਸ਼ੁਰੂ ਕਰ ਦਿੱਤਾ। ਨਾਮ ਪੇਕੇ ਘਰ ਦੇ ਵਿੱਚ ਸੁੰਦਰੀ, ਤੇ ਜਦੋਂ ਅੰਮ੍ਰਿਤ ਛਕਿਆ ਉਦੋਂ ਮਾਤਾ ਸੁੰਦਰ ਕੌਰ ਜੀ ਨਾਮ ਬਣਿਆ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਹਮਣੇ ਇਹ ਜਿਹੜੀ ਵਿਚਾਰ ਹੈ ਵੀ ਉਮਰ ਭਾਵੇਂ ਛੋਟੀ ਹੈ, ਸੱਚ ਹੈ, ਪਰ ਧਿਆਨ ਦੇਣਾ ਜਦੋਂ ਅਸੀਂ ਬਾਣੀ ਨੂੰ ਪੜ੍ਹਦੇ ਹਾਂ ਨਾ, ਮੇਰੇ ਸਤਿਗੁਰ ਪਾਤਸ਼ਾਹ ਜੀ ਨੇ ਜਿੱਥੇ ਮਾਂ ਨੂੰ ਧਨ ਆਖਿਆ ਬਾਣੀ ਦੇ ਵਿੱਚ, ਤੁਸੀਂ ਇਹ ਵੀ ਬਚਨ ਪੜ੍ਹਦੇ ਹੋ, ਮੇਰੇ ਸਾਹਿਬ ਕਹਿੰਦੇ ਨੇ ਧਨ ਧਨ ਸੋ ਜਨਨੀ ਜਿਨ ਗੁਰ ਜਣਿਆ। ਮਾਏ ਸਾਹਿਬ ਕਹਿੰਦੇ ਨੇ ਉਹ ਮਾਂ ਧਨ ਹੈ ਜਿਨਦੀ ਕੁੱਖ ਤੋਂ ਸੰਸਾਰ ਦੇ ਅੰਦਰ, ਲੁਕਾਈ ਦੇ ਅੰਦਰ ਇੱਕ ਐਸਾ ਸ਼ਖਸ ਪੈਦਾ ਹੋਵੇ ਜਿਹੜਾ ਦੁਨੀਆ ਨੂੰ ਰੋਸ਼ਨੀ ਦੇ ਕੇ ਜਾਂਦਾ ਹੈ, ਜਿਹੜਾ ਸੰਸਾਰ ਨੂੰ ਰੋਸ਼ਨੀ ਦੇ ਕੇ ਜਾਂਦਾ ਹੈ। ਉੱਥੇ ਮੇਰੇ ਸਤਿਗੁਰ ਨੇ ਬਾਣੀ ਅੰਦਰ ਇਹ ਵੀ ਬਚਨ ਆਖੇ ਨੇ। ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਇਸ ਸੰਸਾਰ ਜਗਤ ਦੇ ਅੰਦਰ ਮਾਂ ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਿਤਾਰੀ। ਜਿਸ ਕੁਲ ਦੇ ਅੰਦਰ ਪੁੱਤਰ ਗਿਆਨ ਤੋਂ ਹੀਣਾ ਸਖਣਾ ਰਹਿ ਜਾਏ, ਅਵਗੁਣਾਂ ਦੇ ਵਿੱਚ ਜੀਵਨ ਗੁਜ਼ਾਰ ਜਾਏ, ਸਮਾਜ ਲਈ ਕੁਝ ਕਰਕੇ ਨਾ ਜਾਏ, ਸਮਾਜ ਦੇ ਲਈ ਖਤਰਾ ਬਣ ਜਾਏ, ਬਾਬਾ ਕਬੀਰ ਸਾਹਿਬ ਜੀ ਕਹਿੰਦੇ ਨੇ ਮਾਂ ਚੰਗਾ ਹੋਣਾ ਚਾਹੀਦਾ ਹੈ। ਐਸੇ ਪੁੱਤਰ ਨੂੰ ਜਨਮ ਦੇਣ ਤੋਂ ਪਹਿਲਾਂ ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਿਤਾਰੀ। ਸਤਿਗੁਰ ਕਹਿੰਦੇ ਨੇ ਬਾਂਝ ਨਹੀਂ, ਸੱਚ ਹੈ। ਪਾਤਸ਼ਾਹ ਕਹਿੰਦੇ ਨੇ ਉਹਦੇ ਘਰ ਔਲਾਦ ਜਨਮਣ ਤੋਂ ਪਹਿਲਾਂ ਹੇ ਮਾਂ ਤੂੰ ਵਿਧਵਾ ਕਿਉਂ ਨਹੀਂ ਹੋ ਗਈ। ਇਹਨੂੰ ਹੁਣ ਇਹ ਨਾ ਕਹਿਣਾ ਵੀ ਬਾਬਾ ਕਬੀਰ ਸਾਹਿਬ ਜੀ ਨੇ ਕਿਤੇ ਬੜੇ ਮਾੜੇ ਸ਼ਬਦ ਆਖੇ ਨੇ, ਨਹੀਂ, ਧਿਆਨ ਦੇਣਾ ਇਹ ਅਸਲ ਵਿੱਚ ਪ੍ਰੇਰਨਾ ਹੈ। ਇਹ ਮੇਰੇ ਬਾਬਾ ਕਬੀਰ ਸਾਹਿਬ ਜੀ ਕਹਿ ਰਹੇ ਨੇ ਵੀ ਭਲੀਏ ਤੂੰ ਇਸ ਸੰਸਾਰ ਦੇ ਅੰਦਰ, ਇਸ ਜਨਮ ਦੇ ਅੰਦਰ ਆਪਣੀ ਕੁੱਖ ਤੋਂ ਬੱਚੇ ਨੂੰ ਜਨਮ ਦਿੱਤਾ ਹੈ। ਧਿਆਨ ਦੇਣਾ ਪੀੜਾ ਤੇ ਔਰੰਗਜ਼ੇਬ ਦੀ ਮਾਂ ਨੇ ਵੀ ਉਨੀ ਸਹੀ ਸੀ ਜਿੰਨੀ ਪੀੜਾ ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਿਆਲ ਦਾਸ ਦੀ ਮਾਂ ਨੇ ਸਹੀ ਸੀ। ਦੁੱਖ ਤੇ ਉਸ ਮਾਂ ਨੇ ਵੀ ਉਨਾ ਹੀ ਜਰਿਆ ਹੋਣਾ ਹੈ ਨਾ। ਪਰ ਧਿਆਨ ਦੇਣਾ ਇੱਕ ਪੁੱਤਰ ਉਹ ਹੈ ਜਿਹੜਾ ਆਪਣੇ ਪਿਤਾ ਨੂੰ ਭੁੱਖਾ ਤੇ ਪਿਆਸਾ ਰੱਖ ਕੇ ਤੇ ਮਾਰਦਾ ਹੈ, ਔਰੰਗਜ਼ੇਬ। ਇੱਕ ਪੁੱਤਰ ਉਹ ਹੈ ਜਿਹੜਾ ਆਪਣੇ ਭਰਾਵਾਂ ਨੂੰ ਕਤਲ ਕਰਦਾ ਹੈ। ਇੱਕ ਉਹ ਹੈ ਜਿਹੜਾ ਆਪਣੀ ਧੀ ਤੇ ਆਪਣੀ ਭੈਣ ਨੂੰ ਮਾਰ ਕੇ ਤੇ ਤਖਤ ਤੇ ਬਹਿੰਦਾ ਹੈ। ਤੇ ਧਿਆਨ ਦੇਣਾ ਇੱਕ ਪੁੱਤਰ ਉਹ ਹੈ ਜਿਸ ਮਾਂ ਦੀ ਕੁੱਖ ਤੋਂ ਜਨਮ ਲਿਆ ਤੇ ਮਾਂ ਨੇ ਐਸੀਆਂ ਲੋਰੀਆਂ ਤੇ ਐਸੀਆਂ ਬਾਤਾਂ ਸੁਣਾਈਆਂ ਕਿ ਉਹ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਬਚਨਾਂ ਤੋਂ ਸਰਬੱਤ ਦੇ ਭਲੇ ਲਈ, ਸਮੁੱਚੀ ਮਾਨਵਤਾ ਦੇ ਲਈ, ਲੁਕਾਈ ਦੇ ਲਈ, ਜ਼ੁਲਮ ਦੇ ਖਿਲਾਫ ਲੜਦਿਆਂ ਹੋਇਆਂ ਆਰੇ ਨਾਲ ਚੀਰਿਆ ਤੇ ਗਿਆ, ਪਰ ਉਹਨੇ ਸਾਹਮਣੇ ਵਾਲੇ ਦੀ ਨਹੀਂ ਮੰਨੀ। ਹੁਣ ਤੁਸੀਂ ਕੀ ਕਹੋਗੇ, ਮਾਂ ਤੇ ਉਹਦੀ ਵੀ ਜਨਮ ਦੇਣ ਵਾਲੀ ਏ, ਜਿੰਨੀ ਪੀੜਾ ਉਸ ਮਾਂ ਨੇ ਸਹੀ ਹੁੰਦੀ ਉਸ ਮਾਂ ਨੇ ਵੀ ਪੀੜਾ ਸਹੀ ਏ। ਪਰ ਸੱਚ ਇਹ ਹੈ, ਬਾਬਾ ਕਬੀਰ ਸਾਹਿਬ ਕਹਿੰਦੇ ਨੇ ਮਾਂ ਜੇ ਕਿਤੇ ਤੇਰੇ ਕੋਲੋਂ ਜੀਵਨ ਦਾ ਸਬਬ ਨਹੀਂ, ਜੇ ਕਿਤੇ ਤੇਰੇ ਕੋਲੋਂ ਜੀਵਨ ਦੀ ਸੋਝੀ ਨਹੀਂ, ਤੇ ਇੱਕ ਗੱਲ ਚੇਤੇ ਰੱਖੀ, ਬੇਸ਼ੱਕ ਤੇਰੇ ਕੋਲੋਂ ਸੰਸਾਰ ਦੇ ਅੰਦਰ ਕਿੰਨੀ ਵਡਿਆਈ ਕਿਉਂ ਨਾ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕਹਿੰਦੇ ਨੇ ਮਾਂ ਫਿਰ ਇੱਕ ਗੱਲ ਚੇਤੇ ਰੱਖੀ, ਤੂੰ ਸੰਸਾਰ ਦੇ ਅੰਦਰ ਇਸ ਅਵਸਥਾ ਵਿੱਚ ਖੜੀ, ਇਸ ਤੋਂ ਚੰਗਾ ਹੈ ਕਿ ਸੰਸਾਰ ਇਸ ਜਗਤ ਦੇ ਅੰਦਰ ਤੂੰ ਪੁੱਤਰ ਨੂੰ ਜਨਮ ਦੇਣ ਤੋਂ ਪਹਿਲਾਂ ਹੀ ਇਸ ਸੰਸਾਰ ਵਿੱਚ ਤੇਰੇ ਸਿਰ ਦਾ ਸੁਹਾਗ ਕਿਉਂ ਨਹੀਂ ਚਲਾ ਗਿਆ। ਵਿਧਵਾ ਕਸ ਨਾ ਭਈ ਮਹਿਤਾਰੀ, ਕਿਉਂਕਿ ਮਾਂ ਦੀ ਬੜੀ ਵੱਡੀ ਰਿਸਪੌਂਸਿਬਿਲਟੀ ਹੈ, ਮਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ। ਧਿਆਨ ਦੇਣਾ ਜਿੱਥੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਦਾ ਅੱਜ ਜਨਮ ਦਿਨ ਹੈ, ਜਿੱਥੇ ਉਹਨਾਂ ਨੂੰ ਧੰਨ ਧੰਨ ਕਹਿ ਰਹੇ ਹੋ, ਉੱਥੇ ਮਾਤਾ ਸੁੰਦਰ ਕੌਰ ਜੀ ਉਹਨਾਂ ਨੂੰ ਵੀ ਧੰਨ ਧੰਨ ਕਹਿ ਰਿਹਾ, ਕਿਉਂਕਿ ਉਸ ਮਾਂ ਨੇ ਉਸ ਪੁੱਤਰ ਨੂੰ ਜਨਮ ਦਿੱਤਾ ਹੈ, ਉਸ ਪੁੱਤਰ ਨੂੰ ਜਨਮ ਦਿੱਤਾ ਹੈ। ਜਦੋਂ ਮੈਂ ਛੋਟੀ ਜਿਹੀ ਬੇਨਤੀ ਕਹਿ ਕੇ ਬਸ ਸਮਾਪਤੀ ਵੱਲ ਜਾਣਾ, ਜਦੋਂ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਫਰਜ਼ੰਦ ਸੂਬੇ ਦੀ ਕਚਹਿਰੀ ਵਿੱਚ ਨੇ, ਸਾਰੀ ਰਾਤ, ਪਹਿਲੀ ਰਾਤ ਠੰਡੇ ਬੁਰਜ ਵਿੱਚ ਰੱਖਿਆ ਜਾਂਦਾ ਹੈ। ਪਿਛਲੇ ਤਕਰੀਬਨ ਕਈ ਦਿਨਾਂ ਤੋਂ ਖਾਣ ਪੀਣ ਦੇ ਲਈ ਰਿਜ਼ਕ ਨਹੀਂ ਮਿਲ ਰਿਹਾ। ਉਸ ਠੰਡੇ ਬੁਰਜ ਦੇ ਅੰਦਰ ਸਿਰਫ ਮਾਤਾ ਗੁਜਰੀ ਦੀ ਆਪਣੀ ਦਾਦੀ ਦੀ ਨਿੱਘੀ ਗੋਦ ਹੈ। ਜਿਹੜੇ ਤਨ ਤੇ ਕੱਪੜੇ ਪਾਏ ਨੇ ਉਹ ਵੀ ਇੰਨੇ ਮੋਟੇ ਨਹੀਂ, ਪਰ ਜਿਸ ਵੇਲੇ ਸਾਰੀ ਰਾਤ ਠੰਡੇ ਬੁਰਜ ਵਿੱਚ ਰਹਿਣ ਤੋਂ ਬਾਅਦ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਅਗਲੇ ਦਿਨ ਸੂਬੇ ਦੀ ਕਚਹਿਰੀ ਵਿੱਚ ਦਾਖਲ ਹੋਏ ਨਾ, ਤੇ ਸੂਬਾ ਸਰਹੰਦ ਨੇ, ਵਜ਼ੀਰ ਖਾਨ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਨੂੰ ਮੁਖਾਤਬ ਹੋ ਕੇ
बड़े व्यंग भरे दृष्टि नाल एक सवाल किया। कहन लगे, बेटा जोरावर सिंह, तुसी सारी रात ठंडे बुरज विच रहे हो, ये तो दसो भी कल रात जिहड़ी तुसी बतीत की वो रात लंघी किवें दी है। ध्यान देना, हुण 9 साल की उम्र होवे, बाबा जोरावर सिंह जी 1696 च उन्हां दा जन्म है, 1705 विच उन्हां दी शहादत है। हुण जे वेखीए भी सिर्फ 9 साल की अरबला होवे ते 9 साल की अरबला दूजे पासे 7 साल जिहड़े छोटे ने बाबा फतेह सिंह जी, तुसीं की एक्सैप्ट करदे हो भी वो जे आम तौर पर किसी इन्नी को उम्र के बालक नूं पुछया जाए, क्योंकि गुरमुखो अज ये बड़ी वड्डी त्रासदी है साडी कौम दी कि असी जिस उम्र दे विच बच्चियां नूं साहिबजादियां दीयां साखियां सुनाणियां सन, साहिबजादियां दे जीवन नाल जोड़ना सी, उस उम्र दे विच मां कहंदी हत्थ चों मोबाइल फड़ा के बच्चे नूं ले दफा हो परां बह, मैनूं भी 2 घड़ी साह लैण दे, टीवी वेखण दे, सीरीयल वेखण दे। ध्यान देना, सच नहीं साडी कौम दा। फिर असी कहने दोष किस नूं दिता जाएगा? ठीक है, आगूआं दा बड़ा वड्डा रोल हुंदा है हर चीज़ विच, पर ख्याल करियो जिहड़ी मुढ़ली सिੱਖਿਆ है वो तो हर बच्चे नूं अपने परिवार अपनी मां तो ही मिलदी है ना। हुण जे साहिबजादा जोरावर सिंह नूं पुछया गया है भी दसो भी कल रात तुहाडी कैसी बतीत हुई है, ते साहिबजादा जोरावर सिंह को हसदिया कहंदा है, वजीर खान नूं कहण लगे, कल रात साडी बड़ी आनंद विच बतीत हुई। वजीर खान दियां थल्लों जड़ां लगियां भी कमाल दी गल है, ठंडे बुरज विच ना इन्हां कोलों कोई साधन, ये कहंदे ने भी रात बड़ी आनंद विच बतीत हुई। ते उस वेले वजीर खान ने बड़ी हैरानी नाल पुछया भी रात आनंद विच किवें बतीत हुई? ते बाबा जोरावर सिंह ने बचन कहे सन, कहण लगे, क्योंकि साडे कोलों साडे गुरु पिता सन, साडे कोलों साडे प्यारे सन, साडे कोलों साडे गुरसिख नाल सन, साडी मां नाल सी, इन्ना साडा परिवार नाल सी, जिथे सारा परिवार नाल बैठा होवे उत्थे आनंद क्यों ना होवे। वजीर खां फिर हैरान होंदा, कमाल दी गल है, ठंडे बुरज विच 2 ने ते माता गुजरी, ये किन्नियां दा जिक्र करदा पिया है। ते असल विच बाबा जोरावर सिंह कहण लगे, हैरान ना हो, तू सोचदा होएगा भी साडे कोलों साडी सिर्फ दादी मां है, पर सच ये है असी रोज़ जदों गुरु दे चरनां विच अरदास करने आ, असी अपने 5 प्यारिਆਂ नूं भी चेते करने आ, असी उन्हां प्यारिਆਂ नूं भी चेते करने आ जिन्हां ने अपनियां शहादतां दित्तियां ने। तुसी रोज़ अरदास विच बचन पढ़दे हो, जिन्हां ਸਿੰਘਾਂ ਸਿੰਘਣੀਆਂ धर्म हेठ सीस दिते, बंद कटवाए, खोपरियां लोहाइयां चरखड़ियां ते चढ़े। हालांकि ये शब्द बाद विच अरदास विच आए ने, पर ख्याल करना उस वेले दा हर गुरसिख जदों किते विपदा विच हुंदा सी, वो अपने उन्हां भरावां नूं चेते करदा सी जिन्हां ने चरखड़ियां ते चढ़ के भी गुरु दे पहाड़े नूं सत करके मन्निया, जिन्हां ने परमात्मा की रजा नूं सत करके मन्ने। साहिबजादा जोरावर सिंह जी का उत्तर सुन के सच विच सूबे दीयां जड़ां हिल गईयां भी कमाल की गल है, इन्नी बेबाकी, इन्ना अंदर निरभैता इन्हां दे अंदर, सच विच जिन्हां दे दादे दे अंदर इन्नी निरभैता होवे, जिन्हां दे दादे ने कहा होवे, तिलक जंजू राखा प्रभता का कीनो, बड़ो कलू मैं साका, धर्म हेत इति जिनकिरी शीस दिया पर सी ना उचरी। जिन्हां दे पिता दे विच दादे विच इन्नी बेबाकी होवे, उन्हां दे पोतरियां विच क्यों ना बेबाकी होएगी। अज उन्हां प्यारिਆਂ नूं असीं चेते कर रहे हैं। धन धन बाबा जोरावर सिंह जी। मैं इस करके बेनती की है भी सिर्फ बेशक उन्हां दी अरबला बड़ी छोटी है, बहुत कुछ इतिहास विचों साडे सामने नहीं, पर यह भी सच है गुरमुखो, जेकर इन्नी छोटी उम्र सी 1704 दे विच धन गुरु कलगीधर पातशाह जी ने आनंदपुर साहिब का किला छड्डिया। 1704 विच जदों सतगुरु जी आनंदपुर साहिब जी का किला छड्डदे ने, इन्हां दिनां दे विच जिहड़े अगे आउण वाले ने, ते 1704 दसंबर दे विच ही साहिबजादियां दी शहादत हुंदी है। ख्याल करियो, मात गुजरत कौर दे नाल रहिंदियां होइयां इन्ने दुख सह के भी जिन्हां दे अंदर इन्नी चढ़दी कला है, मैं कहना उस मां तो कुर्बान जाइए, माता सुंदर कौर तो की कुछ उन्हां ने सच विच अपने उन्हां बच्चियां नूं
कुर्बान जाइए माता गुजर कौर तो की कुछ अपने उन्होंने पोतरियां नूं उन्होंने खवाया ते पियाया ते सच विच अपने बचनां विच घोल घोल के उन्होंने कन्नां विच पाया होएगा कि वो अपने छोटी उम्र दे विच भी सारी सिख कौम के बाबे बन गए। इन्नी छोटी उम्र दे विच भी दुनियावी तौर की उम्र छोटी है पर सच विच असीं उन्होंने बाबा कहने धन धन बाबा जोरावर सिंह जी। तो जो बाबा शब्द वरत्या जाता है बाबे का अर्थ होंदा है सियाणा, बाबे का अर्थ होंदा है बजुर्ग, बाबे का अर्थ होंदा है वो जिन्हें अपनी जिंदगी हंडाई होवे। सच विच धन गुरु कलगीधर पातशाह जी के फरजंद जिन्हां ने संसार के सामने एक नवी मिसाल रखी। अज असी उस प्यारे नूं अपने बाबे नूं धन धन बाबा जोरावर सिंह जी उन्होंने चेते कर रहे हैं। उम्र उन्होंने भावें छोटी, इतिहासक पक्ष तो भावें बहुत कुछ सानू नहीं मिलता पर सच ये है जिन्ना कुछ साडे कोलों है एक एक बचन बाबा जोरावर सिंह जी का वो असीं आप भी समझिए तो अपने बच्चियां नूं भी समझाउण दा यतन करिए। क्योंकि साध संगत जिहड़ा समा है ना, इस समय के अंदर मैं पहलों बेनती की भी माँ उन्ना ही दुख सहंदी है भावें वो हिटलर की माँ सी। ध्यान देना दुख तो उन्हें भी उन्ना ही सहा होगा ना जो उन्होंने जन्म दिता होएगा। पर ख्याल करियो जिदन हिटलर ने ऐसे कारनामे किए, जिदन औरंगजेब ने ऐसे कारनामे किए तो लोगों ने यही आख्या होगा ना कि औरंगजेब तेरे जन्म तो पहला तेरी माँ इस संसार तो रुखसत क्यों नहीं हो गई। सच विच बच्चा माड़ा कर्म करे लोग माँ नूं गाल देंदे ने, क्यों देंदे ने? क्योंकि सिक्ख्या माँ ने देनी है। सच यह है जे सिक्ख्या माँ देगी जीवन के पंध विच तुसीं भावें किते भी जाके ठिड़क जाओ पर ख्याल करो जिहड़ी सिक्ख्या है वो जीवन के अंदर हमेशा अगवाई करती है। बड़ी वड्डी उदाहरण है साडे कोलों महाराणी जिंदा दी ते दलीप सिंह जी की। बेशक छोटी जी उम्र के अंदर महाराणी जिंदा तो दलीप नूं वखरा कर दिता गया। बेशक ब्रिटिश गौरमेंट उन्होंने नाल अपने इंग्लैंड लै गई, गोरियां दे कोलों रहे, उन्होंने उतों का धर्म भी प्रमाण कर लिया, केस भी कतल करा ले क्योंकि समझ नहीं सी। पर ध्यान देना जिदन माता नूं पता लगा सी महाराणी जिंदा नूं मेरा पुत्र दलीप पंजाब की धरती ते आया है, जिदन अपने पुत्र नूं वेखण आई ते सिर ते हथ लाया ते वेखिया भी सिर ते जूड़ा नहीं ते आखिया सी दिसदा नहीं सी। रो रो के माता महाराणी जिंदा दियां अखां दी जोत चली गई सी। विरलाप क्योंकि इन्ना वड्डा परिवार महाराजा रणजीत सिंह जी का, तुसीं कभी पुस्तक पढ़ो, मैं बड़ी बड़ी बेनती करना सिख राज किवें गया, ज्ञानी सोहण सिंह शीतल दी है, उन्हें बड़ी डिटेल नाल महाराजा रणजीत सिंह के सारे जीवन नूं बयान किया भी किवें उन्हां दे सारे परिवार नूं कतल किया गया। पर जिदन सिर ते हथ रखिया महाराणी जिंदा ने ते जदों सिर ते जूड़ा नहीं वेखी महसूस किया ते अपने पुत्र नूं जिहड़ा पैरां दे विच सी वगा के हाथ मार के पिछे सुट के आख्या तू मेरा दलीप नहीं हो सकता। पूछया भी क्यों? कहने लगे मेरे दलीप ने सिर दे केस कतल कराए, हुण ऐसा नहीं हो सकता, तू मेरा दलीप नहीं। उन्हें बड़े वास्ते पाए माँ मैं इन्हां दे नाल लग के जो कुछ मैनूं पढ़ाया, जो मैनूं सिखाया मैं उहो जिहा बन गया। पर सच महाराजा दलीप सिंह ने मुड़ के उस दिन तो बाद अपने कभी केस नहीं सन कतल कराए। बेशक ये गल वखरी है भी जिदन महाराजा दलीप सिंह की मौत हुई अज भी उन्होंने कबर बनाई गोरिया ने, जिवें बनाई जाती दूजियां की कबर, उन्होंने बेशक कबर बनाई उत्थे हर साल वो भावें जो मर्जी, पर सच है वो माँ तो प्यो तो विछड़िया सी, सिक्खी तो दूर होया सी। माँ की इक्को ही ललकार ने, ध्यान देना ये होंदी माँ के अंदर जो अंदर टिकिया होवे ना, जो जन्म दियां सिक्ख्यावां अंदर टिकियां होण, बेशक उन्होंने कितना मर्जी तुसी भटका लो पर माँ की एक आवाज़ फिर कन्नां विच पै जाए तो फिर बच्चे नूं परत के उत्थे खड़ा कर देंदी है। पर जे माँ ही आखे भी मेरे को समा कोई नहीं, मैं सीरियल वेखना, मैं मूवी वेखनी है, तो बच्चे नूं 2 मिनट कोलों बहन का समा माँ को ना हो तो ख्याल करो फिर दोष किनूं दिता जाएगा। मेरे साहब ने तां ही बाणी अंदर शब्द वरते ने, गुरु रामदास पातशाह जी के तुसीं बचन पढ़दे, जिन हर हिरदे नाम ना बसियो तिन मात कीजै हर मांझा।
तेन सुंझी दे फिरै बिन नामै खप खप मुँहे करांदा। ये मां नूं कोई बुरे बोल नहीं, ये मां दे उपर एक आस रख के गुरु रामदास जी कह रहे हैं कि मां तेरी बड़ी वड्डी जिम्मेदारी है, तू अपनी जिम्मेदारी तो मुनकर ना हो, तू अपनी जिम्मेदारी नूं संभाल। सतगुर किरपा कर। बाबा जोरावर सिंह जी जिन्हां दा अज जन्म दिहाड़ा है 1696 विच उन्हां दा जन्म हुंदा है आनंदपुर साहिब जी की धरती ते 1704 विच दसंबर विच आने वाले दिन ने जिन्हां विच साहिबजादियां दी शहादत हुंदी है। असीं सब अज उन्हां नूं चेते कर रहे हैं। मालिक किरपा करन, बख्शिश करन, सानूं सबनां नूं सतगुर जी उन्हां दे जीवन तो प्रेरणा लैके जीवन जिउण दा बल बख्शण, ताकि सतगुरु गुरु कलगीधर पातशाह जी ने जिहड़े बचन कहे सन कि क्या मेरे 4 पुत्र